ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮੌਜੂਦ ਹਾਂ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ। ਇਸ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਹਿਸਟਰੀ ਹੈ। ਜਦੋਂ ਅੰਗਰੇਜ਼ ਦੌਰ ਦੇ ਦੌਰਾਨ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਤਾਂ 1921 ਦੇ ਵਿੱਚ ਜਿਹੜਾ ਪਹਿਲਾ ਗੁਰਦੁਆਰਾ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਗਿਆ ਸੀ ਉਹ ਇਹ ਗੁਰਦੁਆਰਾ ਸੀ। ਇਸ ਤੋਂ ਬਾਅਦ ਸੰਗਤਾਂ ਤੁਰ ਕੇ 1921 ਦੇ ਵਿੱਚ ਭਾਈ ਦਲੀਪ ਸਿੰਘ ਦੀ ਅਗਵਾਈ ਦੇ ਵਿੱਚ ਨਨਕਾਣਾ ਸਾਹਿਬ ਗਈਆਂ ਔਰ ਨਨਕਾਣਾ ਸਾਹਿਬ ਦਾ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣ ਦਾ ਯਤਨ ਕੀਤਾ ਅਤੇ ਨਨਕਾਣਾ ਸਾਹਿਬ ਦਾ ਸਾਕਾ ਨਨਕਾਣਾ 1921 ਵਾਪਰਿਆ। ਉਸ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਇਆ ਗਿਆ ਸੀ। ਇਸ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਬਹੁਤ ਸਾਰੀਆਂ ਹੋਰ ਮੁਸ਼ਕਿਲਾਂ ਵੀ ਆਈਆਂ ਜਿਨ੍ਹਾਂ ਨੂੰ ਸਾਹਮਣੇ ਰੱਖਦੇ ਹੋਏ ਸਿੱਖ ਪੰਥ ਅੱਗੇ ਵਧਿਆ ਔਰ ਅੱਗੇ ਵਧਦੇ ਹੋਏ ਗੁਰਦੁਆਰਾ ਸੁਧਾਰ ਲਹਿਰ ਅਤੇ ਉਸ ਤੋਂ ਬਾਅਦ ਫਿਰ ਪੋਲੀਟੀਸ਼ੀਅਨਸ ਔਰ ਪੋਲੀਟਿਕਸ ਸ਼ਾਮਿਲ ਹੋ ਗਈ। ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਵਿੱਚ ਬਹੁਤ ਸਾਰੇ ਗੁਰਦੁਆਰੇ ਆਏ। 1947 ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਬਹੁਤ ਵੀਰਾਨ ਸੀ ਔਰ ਕੁਝ ਹੀ ਸਾਲ ਪਹਿਲਾਂ ਇਸ ਗੁਰਦੁਆਰਾ ਸਾਹਿਬ ਨੂੰ ਖੋਲ੍ਹਿਆ ਗਿਆ। ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾਵਾਂਗੇ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪੁਰਾਣੇ ਸਮੇਂ ਦੇ ਨਾਲ ਜੁੜੀਆਂ ਹੋਈਆਂ ਥੋੜ੍ਹੀਆਂ ਜਿਹੀਆਂ ਯਾਦਾਂ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ। ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਨਵਾਂ ਲੰਗਰ ਹਾਲ ਬਣਾਇਆ ਗਿਆ ਔਰ ਇਹ 2 ਕਮਰੇ ਜਿਹੜੇ ਹੈ ਲੰਗਰ ਦੇ ਸਮਾਨ ਵਾਸਤੇ ਔਰ ਇਹ ਹਾਲ ਹੈ ਜਿਹੜਾ ਹਲੇ ਅੰਡਰ ਕੰਸਟਰਕਸ਼ਨ ਹੈ। ਇਹਦੇ 'ਚ ਹਲੇ ਬਹੁਤ ਸਾਰਾ ਕੰਮ ਹੋਣਾ ਬਾਕੀ ਹੈ। ਇੱਥੇ ਸੰਗਤਾਂ ਵਾਸਤੇ ਲੰਗਰ ਵਰਤਾਇਆ ਜਾਏਗਾ। ਹਰ ਗੁਰਦੁਆਰਾ ਸਾਹਿਬ ਦੇ ਅੰਦਰ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਜਿਹਦੇ ਉੱਤੇ ਖੰਡਾ ਬਣਿਆ ਹੋਵੇ ਉਹ ਮੌਜੂਦ ਹੁੰਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਨਿਸ਼ਾਨ ਸਾਹਿਬ ਜੜੇ ਹੋਏ ਹਨ ਅਤੇ ਗੁਰਦੁਆਰਾ ਸਾਹਿਬ ਐਂਟਰ ਹੋਣ ਤੋਂ ਪਹਿਲਾਂ ਹੱਥ ਪੈਰ ਧੋ ਕੇ ਚੰਗੀ ਤਰ੍ਹਾਂ ਪਾਕ ਸਾਫ਼ ਹੋ ਕੇ ਐਂਟਰ ਹੋਇਆ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ ਦੀ ਐਂਟਰੀ ਦਾ ਦਰਵਾਜ਼ਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਬੇਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਰਖਤ ਲੱਗੇ ਹੋਏ ਨੇ ਜਿਹੜੀ ਨਿੱਘੀ ਛਾਂ ਕਰਦੇ ਨੇ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਿੱਚ ਐਂਟਰ ਹੋਣ ਤੋਂ ਬਾਅਦ ਸਾਹਮਣੇ ਦੀਵਾਨ ਅਸਥਾਨ ਨਜ਼ਰ ਆਉਂਦਾ ਹੈ। ਦੀਵਾਨ ਅਸਥਾਨ ਦੀ ਬਿਲਡਿੰਗ ਬਹੁਤ ਸੋਹਣੀ ਹੈ ਔਰ ਫਰੈਸਕੋਸ ਦੇ ਨਾਲ ਭਰੀ ਹੋਈ ਹੈ। ਫਰੈਸਕੋਸ ਪੁਰਾਣੇ ਗੁਰਦੁਆਰਿਆਂ ਔਰ ਪੁਰਾਣੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਬਿਲਡਿੰਗਸ ਦੇ ਵਿੱਚ ਨਜ਼ਰ ਆ ਜਾਂਦੀਆਂ ਨੇ। ਮੇਨ ਬਿਲਡਿੰਗ ਦੇ ਨਾਲ ਹੀ ਇੱਕ ਉੱਚੀ ਛੱਤ ਵਾਲਾ ਦੀਵਾਨ ਹਾਲ ਹੈ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਫਰੰਟ ਨੂੰ ਯਾਨੀ ਮੱਥੇ ਨੂੰ ਲੱਗਦਾ ਹੈ। ਇਹਦੇ ਵਿੱਚ ਸੰਗਤਾਂ ਦੇ ਬੈਠਣ ਦਾ ਇੰਤਜ਼ਾਮ ਵੀ ਮੌਜੂਦ ਹੈ। ਅੱਜ ਕੱਲ੍ਹ ਦੀਵਾਨ ਇਸੇ ਹਾਲ ਦੇ ਵਿੱਚ ਸਜਾਇਆ ਜਾਂਦਾ ਹੈ ਔਰ ਸੰਗਤਾਂ ਇੱਥੇ ਹੀ ਬੈਠ ਕੇ ਪਾਠ ਕਰਦੀਆਂ ਹਨ। ਗੁਰਦੁਆਰਾ ਸਾਹਿਬ ਦਾ ਮੇਨ ਅਸਥਾਨ ਅਤੇ ਦੀਵਾਨ ਹਾਲ ਬਹੁਤ ਸੋਹਣੇ ਤਰੀਕੇ ਨਾਲ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਔਰ ਸਜਾਵਟ ਦੇ ਨਾਲ ਨਾਲ ਦੀਵਾਰ 'ਤੇ ਬਣੇ ਫਰੈਸਕੋ ਦੇ ਵਿੱਚ ਰਚੇ ਹੋਏ ਇਹ ਚਿੱਤਰ ਬਹੁਤ ਸੋਹਣਾ ਨਜ਼ਾਰਾ ਦਿੰਦੇ ਹਨ। ਇਹਨਾਂ ਫਰੈਸਕੋਸ ਦੀ ਗੱਲ ਕਰੀਏ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਬਾਬਾ ਜੀ ਦੇ ਨਾਲ ਬੀਤੇ ਹੋਏ ਵਾਕਿਆਤ ਔਰ ਗੁਰੂ ਨਾਨਕ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੀ ਹੋਈ ਹਿਸਟਰੀ ਤੋਂ ਰਿਲੇਟਿਡ ਫਰੈਸਕੋਸ ਇੱਥੇ ਨਜ਼ਰ ਆਉਂਦੇ ਹਨ। ਗੁਰਦੁਆਰਾ ਸਾਹਿਬ ਦਾ ਦੀਵਾਨ ਅਸਥਾਨ ਸਾਹਮਣੇ ਸਜਿਆ ਹੋਇਆ ਹੈ ਔਰ ਇਸ ਦੀਵਾਨ ਅਸਥਾਨ ਦੇ ਚਾਰੋਂ ਪਾਸੇ ਸੋਹਣੇ ਫਰੈਸਕੋਸ ਦੇ ਵਿੱਚ ਚਿੱਤਰ ਮੌਜੂਦ ਹਨ। 1947 ਦੀ ਵੰਡ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਜਿੱਥੇ ਨੁਕਸਾਨ ਪਹੁੰਚਿਆ ਉਹਦੇ ਨਾਲ ਹੀ ਨਾਲ ਇਹਨਾਂ ਫਰੈਸਕੋਸ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਹਨਾਂ ਪੇਂਟਿੰਗਸ ਦੇ ਵਿੱਚ ਬਾਬਾ ਗੁਰੂ ਨਾਨਕ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਨਜ਼ਰ ਆਉਂਦੇ ਹਨ, ਬਲਕਿ ਗੁਰੂ ਗੋਬਿੰਦ ਸਿੰਘ ਜੀ ਦੀ 5 ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੇ ਚਿੱਤਰ ਵੀ ਇੱਥੇ ਦਰਸਾਏ ਗਏ ਹਨ। ਖੂਬਸੂਰਤ ਫਰੈਸਕੋਸ ਦੇ ਨਾਲ ਦੀਵਾਰਾਂ ਉੱਤੇ ਹੋਰ ਵੀ ਆਰਟ ਵਰਕ ਕੀਤਾ ਗਿਆ ਹੈ ਜੋ ਕਿ ਖੂਬਸੂਰਤੀ ਦੇ ਵਿੱਚ 4 ਚੰਨ ਲਾਉਂਦਾ ਹੈ। ਪਰ ਇਸ ਖੂਬਸੂਰਤੀ ਨੂੰ 1947 ਦੀ ਵੰਡ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਜਿੱਥੇ ਗੁਰੂ ਨਾਨਕ ਦੇਵ ਜੀ ਅਤੇ 9 ਗੁਰੂ ਸਾਹਿਬਾਨਾਂ ਦੀ ਪੇਂਟਿੰਗ ਤੁਸੀਂ ਦੇਖ ਸਕਦੇ ਹੋ। ਗੁਰਦੁਆਰਾ ਸਾਹਿਬ ਵਿੱਚ ਥਾਂ ਥਾਂ 'ਤੇ ਟਹਿਲ ਸੇਵਾ ਕਰਵਾਉਣ ਵਾਲਿਆਂ ਦੇ ਜਾਂ ਆਪਣਾ ਯੋਗਦਾਨ ਪਾਉਣ ਵਾਲਿਆਂ ਦੇ ਨਾਮ ਜੜੇ ਹੋਏ ਹਨ। ਇਹ ਪਲੇਟ ਜਿਹੜੀ ਤੁਸੀਂ ਦੇਖ ਰਹੇ ਹੋ ਸਰਦਾਰ ਸਾਹਿਬ ਡਿਸਟ੍ਰਿਕਟ ਜੱਜ ਸਿਆਲਕੋਟ ਸਨ। ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਪਤਨੀ ਨੇ 15 ਹਾੜ 1992 ਬਿਕਰਮੀ ਸਾਲ ਦੇ ਵਿੱਚ ਲਗਵਾਈ ਸੀ ਜਿਹੜਾ ਕਿ ਆਮ ਸਾਲਾਂ ਤੋਂ ਤਕਰੀਬਨ 57 ਸਾਲ ਪਿੱਛੇ ਜਾਂਦਾ ਹੈ। ਤਾਰੀਖ ਦੇ ਪੰਨੇ ਫਰੋਲ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਤਾਮੀਰ ਵੀ ਬੜੇ ਸੋਹਣੇ ਅਤੇ ਸੁਚੱਜੇ ਢੰਗ ਨਾਲ ਕੀਤੀ ਗਈ ਸੀ। ਥਾਂ ਥਾਂ 'ਤੇ ਬਣੇ ਹੋਏ ਸਿੱਖ ਆਰਕੀਟੈਕਟ ਦੇ ਨਮੂਨੇ ਦੱਸਦੇ ਹਨ ਕਿ ਗੁਰਦੁਆਰਾ ਸਾਹਿਬ ਦੀ ਤਾਮੀਰ ਦੇ ਦੌਰਾਨ ਬੜੀ ਮਿਹਨਤ ਕੀਤੀ ਗਈ ਸੀ। ਗੁਰਦੁਆਰਾ ਸਾਹਿਬ ਦੀ ਮੌਜੂਦਾ ਬਿਲਡਿੰਗ ਦੇ ਬਣਾਏ ਜਾਣ ਦੀ ਤਾਰੀਖ
18ਵੀਂ ਸਦੀ ਦੇ ਵਿੱਚ ਜੁੜੀ ਹੋਈ ਮਿਲਦੀ ਹੈ, ਜਦੋਂ ਸਿੱਖ ਮਿਸਲਾਂ ਦਾ ਦੌਰ ਸੀ ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਇਆ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਪੰਜਾਬ ਔਰ ਬਹੁਤ ਸਾਰੀ ਥਾਵਾਂ 'ਤੇ ਗੁਰਦੁਆਰੇ ਤਾਮੀਰ ਕੀਤੇ ਗਏ, ਜਿਹਦੇ ਵਿੱਚ ਗੁਰਦੁਆਰਿਆਂ ਨੂੰ ਬਹੁਤ ਸਾਰੇ ਚੜ੍ਹਾਵੇ ਵੀ ਚੜ੍ਹਾਏ ਜਾਂਦੇ ਸਨ। ਸਿੱਖ ਮਿਸਲਾਂ ਵੱਲੋਂ ਔਰ ਸਿੱਖ ਸੇਵਾਦਾਰਾਂ ਵੱਲੋਂ ਔਰ ਸੰਗਤਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਨੂੰ ਹਜ਼ਾਰਾਂ ਰੁਪਏ ਦੇ ਚੜ੍ਹਾਵੇ ਚੜ੍ਹਾਏ ਜਾਂਦੇ ਸਨ। ਸੋਨੇ ਚਾਂਦੀ ਦੇ ਹੀਰੇ ਜਵਾਹਰਾਤ ਔਰ ਜ਼ੇਵਰਾਤ ਇਸ ਗੁਰਦੁਆਰਾ ਸਾਹਿਬ ਨੂੰ ਚੜ੍ਹਾਵੇ ਵਜੋਂ ਚੜ੍ਹਾਏ ਜਾਂਦੇ ਸਨ। ਰੱਬ ਦੇ ਪਿਆਰਿਆਂ ਵੱਲੋਂ ਗੁਰਦੁਆਰੇ ਦਾ ਨਿਜ਼ਾਮ ਅਤੇ ਲੰਗਰ ਔਰ ਦੂਸਰੇ ਸਿਸਟਮ ਚਲਾਉਣ ਵਾਸਤੇ ਆਪਣੀ ਜ਼ਮੀਨਾਂ ਦੇ ਕੁਝ ਹਿੱਸੇ ਗੁਰਦੁਆਰਾ ਸਾਹਿਬ ਨੂੰ ਮੁਸਤਕਿਲ ਤੌਰ 'ਤੇ ਭੇਟ ਕੀਤੇ ਗਏ ਸਨ, ਜਿਨ੍ਹਾਂ ਜ਼ਮੀਨਾਂ ਦੀ ਤਾਦਾਦ 40 ਬੀਘੇ 25 ਏਕੜ ਔਰ ਕਈ ਥਾਂ 'ਤੇ ਪਿੰਡਾਂ ਦੇ ਪਿੰਡ ਬਣਦੇ ਹਨ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਲਈ ਜਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਫਿਕਸ ਰੈਵਨਿਊ ਦੇ ਤੌਰ ਦੇ ਉੱਤੇ ਮਾਇਆ ਯਾਨੀ ਪੈਸੇ ਭੇਟ ਕੀਤੇ ਜਾਂਦੇ ਸਨ। ਸਿੱਖ ਦੌਰ ਖਤਮ ਹੋਣ ਤੋਂ ਬਾਅਦ ਜਿੱਦਾਂ ਬਹੁਤ ਸਾਰੀ ਚੀਜ਼ਾਂ ਦਾ ਕੰਟਰੋਲ ਅੰਗਰੇਜ਼ ਹਕੂਮਤ ਕੋਲ ਚਲਾ ਗਿਆ, ਉਸੇ ਤਰ੍ਹਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਔਰ ਦੂਸਰੇ ਮਾਮਲਾਤ ਦਾ ਨਿਜ਼ਾਮ ਵੀ ਅੰਗਰੇਜ਼ ਦੌਰ ਦੇ ਹੱਥ ਵਿੱਚ ਆਇਆ। ਇਸ ਗੁਰਦੁਆਰਾ ਸਾਹਿਬ ਦੀ ਰੈਵਨਿਊ ਵੈਲਿਊ ਬਹੁਤ ਜ਼ਿਆਦਾ ਹੋਣ ਕਰਕੇ ਇੱਥੇ ਖਸੂਸੀ ਤੌਰ ਦੇ ਉੱਤੇ ਡੇਰੇਦਾਰ ਤੇ ਮਹੰਤ ਤਾਇਨਾਤ ਕੀਤੇ ਗਏ, ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਰੈਵਨਿਊ ਦੇ ਉੱਤੇ ਕੰਟਰੋਲ ਕਰਨਾ ਸੀ। ਇਸ ਕੰਮ ਨੂੰ ਕਰਦਿਆਂ ਹੋਇਆਂ ਕੁਝ ਹੀ ਅਰਸੇ ਬਾਅਦ ਉਹਨਾਂ ਦੀ ਨੀਅਤ ਵਿਗੜ ਗਈ ਤੇ ਗੁਰਦੁਆਰਿਆਂ ਦੀ ਬੇਹੁਰਮਤੀ ਹੋਣੀ ਸ਼ੁਰੂ ਹੋ ਗਈ। ਸਿੱਖ ਸੰਗਤਾਂ ਨੇ ਫੈਸਲਾ ਕੀਤਾ ਕਿ ਉਹ ਗੁਰਦੁਆਰਾ ਸਾਹਿਬ ਆਪਣੇ ਕੰਟਰੋਲ 'ਚ ਵਾਪਸ ਲੈਣਗੇ ਔਰ ਮਹੰਤਾਂ ਦੇ ਕਬਜ਼ਿਆਂ ਤੋਂ ਆਜ਼ਾਦ ਕਰਾਉਣਗੇ। ਇਸ ਕੰਮ ਲਈ ਪਹਿਲੇ ਅਦਾਲਤ ਦਾ ਸਹਾਰਾ ਲਿਆ ਗਿਆ ਔਰ ਬਾਅਦ ਦੇ ਵਿੱਚ ਆਪ ਆਪਣੇ ਹੱਥੀਂ ਆ ਕੇ ਗੁਰਦੁਆਰਾ ਸਾਹਿਬ ਦੇ ਕਬਜ਼ੇ ਵਾਪਸ ਲਏ ਗਏ। ਕਬਜ਼ੇ ਵਾਪਸ ਲੈਣ ਦੀ ਜਿਹੜੀ ਮੁਹਿੰਮ ਸੀ, ਉਹਨੂੰ ਗੁਰਦੁਆਰਾ ਸੁਧਾਰ ਲਹਿਰ ਯਾਨੀ ਗੁਰਦੁਆਰਾ ਰਿਫਾਰਮ ਮੂਵਮੈਂਟ ਦਾ ਨਾਮ ਦਿੱਤਾ ਗਿਆ। ਇਹ ਮੂਵਮੈਂਟ ਨੇ ਜਿਹੜਾ ਪਹਿਲਾ ਗੁਰਦੁਆਰਾ ਆਜ਼ਾਦ ਕਰਾਇਆ, ਪਹਿਲੀ ਜੰਗੇ ਆਜ਼ਾਦੀ ਤੋਂ ਬਾਅਦ ਇਹ ਗੁਰਦੁਆਰਾ ਬਾਬੇ ਦੀ ਬੇਰ ਸੀ, ਜਿੱਥੋਂ ਸਿੱਖ ਮੂਵਮੈਂਟ ਦੀ ਸ਼ੁਰੂਆਤ ਹੋਈ ਔਰ ਉਸ ਤੋਂ ਬਾਅਦ ਦੂਸਰੇ ਗੁਰਦੁਆਰੇ ਜਿੱਦਾਂ ਕਿ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਕਰਦੇ ਕਰਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ ਪੱਥਰ ਤੱਕ ਸਫ਼ਰ ਜਾਰੀ ਰਿਹਾ ਤੇ 47 ਦੀ ਵੰਡ ਤੱਕ ਸੰਗਤਾਂ ਇਸ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਦੀਆਂ ਰਹੀਆਂ। ਗੁਰਦੁਆਰਾ ਰਿਫਾਰਮ ਮੂਵਮੈਂਟ ਦੇ ਉੱਤੇ ਛਪੀ ਕਿਤਾਬ ਸ਼ਹੀਦੀ ਜੀਵਨ ਦੇ ਮੁਤਾਬਿਕ ਇਸ ਗੁਰਦੁਆਰਾ ਸਾਹਿਬ ਦਾ ਰਕਬਾ ਬਹੁਤ ਵੱਡਾ ਸੀ। ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਵੀ ਮੌਜੂਦ ਸੀ। ਗੁਰਦੁਆਰਾ ਸਾਹਿਬ ਦੇ ਨਾਲ ਜ਼ਰੀ ਜ਼ਮੀਨ ਤੇ ਸਕੂਲ ਵੀ ਬਣਾਏ ਗਏ ਸਨ, ਜਿਨ੍ਹਾਂ ਦੇ ਨਿਸ਼ਾਨ ਅੱਜ ਵੀ ਸਾਨੂੰ ਸਿਆਲਕੋਟ ਸ਼ਹਿਰ ਦੇ ਵਿੱਚ ਨਜ਼ਰ ਆ ਜਾਂਦੇ ਹਨ। ਹੁਣ ਗੁਰਦੁਆਰਾ ਸਾਹਿਬ ਦੀ ਜ਼ਮੀਨ ਬਿਲਕੁਲ ਥੋੜ੍ਹੀ ਜਿਹੀ ਹੈ, ਜਿਹੜੀ ਕਿ 47 ਦੀ ਵੰਡ ਤੋਂ ਬਾਅਦ ਬਿਲਕੁਲ ਬੰਦ ਸੀ ਤੇ 2006 ਦੇ ਵਿੱਚ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੀ ਮਦਦ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਖੋਲ੍ਹਿਆ ਗਿਆ, ਜਿਹੜਾ ਕਿ ਅੱਜ ਮੁਕੰਮਲ ਤੌਰ ਦੇ ਉੱਤੇ ਫੰਕਸ਼ਨਲ ਗੁਰਦੁਆਰਾ ਹੈ। ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਹਨ ਔਰ ਆਪਣੀ ਇਬਾਦਤ ਵੀ ਕਰਦੀਆਂ ਹਨ। ਇਸ ਗੁਰਦੁਆਰਾ ਸਾਹਿਬ ਦੀ ਤਾਰੀਖ ਦੇ ਬਾਰੇ ਗੱਲ ਕਰੀਏ ਤਾਂ ਇਹ ਤਾਰੀਖ ਬਾਬਾ ਗੁਰੂ ਨਾਨਕ ਜੀ ਦੇ ਨਾਲ ਜੁੜੀ ਹੋਈ ਹੈ। ਜਦੋਂ ਬਾਬਾ ਗੁਰੂ ਨਾਨਕ ਜੀ ਆਪਣੇ ਸਫ਼ਰ ਤੋਂ ਵਾਪਸ ਆਉਂਦਿਆਂ ਹੋਇਆਂ ਸਿਆਲਕੋਟ ਸ਼ਹਿਰ ਦੇ ਵਿੱਚ ਰੁਕੇ ਔਰ ਉਹਨਾਂ ਨੇ ਹਮਜ਼ਾ ਗੌਸ ਪੀਰ ਦੇ ਨਾਲ ਜਾਂ ਫਕੀਰ ਹਮਜ਼ਾ ਗੌਸ ਦੇ ਨਾਲ ਮੁਕਾਲਮਾ ਕੀਤਾ। ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਫਕੀਰ ਹਮਜ਼ਾ ਗੌਸ ਨੂੰ ਇਹ ਦੱਸਿਆ ਕਿ ਰੱਬ ਦੇ ਬੰਦੇ ਦੂਸਰੇ ਰੱਬ ਦੇ ਬੰਦਿਆਂ ਨੂੰ ਕਿਵੇਂ ਮਾफ़ ਕਰਦੇ ਹਨ ਔਰ ਵੱਡੇ ਹੋਣ ਦਾ ਸਬੂਤ ਦਿੰਦੇ ਹਨ। ਇਸ ਗੁਰਦੁਆਰਾ ਸਾਹਿਬ ਦੀ ਤਾਰੀਖ ਦੱਸਦੀ ਹੈ ਕਿ ਕਿਵੇਂ ਫਕੀਰ ਹਮਜ਼ਾ ਗੌਸ ਨੇ ਗੁਰੂ ਨਾਨਕ ਜੀ ਨੂੰ ਰੱਬ ਦਾ ਪਿਆਰਾ ਮੰਨਿਆ ਔਰ ਉਹਨਾਂ ਦੇ ਨਾਲ ਇੱਕ ਸਾਂਝ ਪਾਈ। ਫਕੀਰ ਹਮਜ਼ਾ ਗੌਸ ਦਾ ਦਰਬਾਰ ਵੀ ਗੁਰਦੁਆਰਾ ਸਾਹਿਬ ਤੋਂ ਕੁਝ ਫਾਸਲੇ 'ਤੇ ਮੌਜੂਦ ਹੈ। ਇਸ ਦੀ ਮੁਕੰਮਲ ਤਾਰੀਖ ਔਰ ਮੁਕੰਮਲ ਹਿਸਟਰੀ ਦੇ ਨਾਲ ਤੁਹਾਨੂੰ ਦੁਬਾਰਾ ਉਹਦੇ ਦਰਸ਼ਨ ਜ਼ਰੂਰ ਕਰਵਾਵਾਂਗੇ। ਫਿਲਹਾਲ ਜੋ ਪਲੇਟਸ ਤੁਸੀਂ ਦੇਖ ਰਹੇ ਹੋ, ਇਹ ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਦੇ ਵਿੱਚ ਲੱਗੀਆਂ ਬੇਰੀ ਦੇ ਮੁੱਢ ਦੇ ਵਿੱਚ ਪਲੇਟਾਂ ਹਨ, ਜਿਹੜੀਆਂ ਕਿ ਇੱਥੇ ਦੀਆਂ ਸੰਗਤਾਂ ਨੇ ਟਹਿਲ ਸੇਵਾ ਕਰਵਾਉਂਦਿਆਂ ਹੋਇਆਂ ਜਾਂ ਆਪਣੇ ਪਿਆਰਿਆਂ ਦੀ ਯਾਦ ਦੇ ਵਿੱਚ ਸੇਵਾ ਕਰਦਿਆਂ ਹੋਇਆਂ ਇੱਥੇ ਲਗਵਾਈਆਂ ਸਨ। ਇਸ ਦੇ ਉੱਤੇ ਲਿਖੀਆਂ ਤਾਰੀਖਾਂ, ਇਸ ਦੇ ਉੱਤੇ ਲਿਖੇ ਹੋਏ ਨਾਮ ਵੱਖੋ-ਵੱਖ ਧਰਮਾਂ ਦੇ ਲੋਕਾਂ ਦੇ ਇਸ ਅਸਥਾਨ ਦੇ ਨਾਲ ਜੁੜੇ ਹੋਣ ਦਾ ਸਬੂਤ ਦਿੰਦੇ ਹਨ। ਅੱਜ ਵੀ ਸਿਆਲਕੋਟ ਸ਼ਹਿਰ ਵਿੱਚ 500 ਤੋਂ ਵੱਧ ਹਿੰਦੂ ਖਾਨਦਾਨ ਅਤੇ ਕੁਝ ਸਿੱਖ ਪਰਿਵਾਰ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਹਨ। ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਸਿਆਲਕੋਟ ਸ਼ਹਿਰ ਦੇ ਵਿੱਚ ਮੌਜੂਦ ਹੈ। ਪਾਕਿਸਤਾਨ ਆਓ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਆ ਜੇ।